ਸੁਖਮਨੀ ਸਾਹਿਬ ਦੀ 11ਵੀਂ ਅਸ਼ਟਪਦੀ ਦੀ ਵਿਚਾਰ ਅੱਜ ਆਪਾਂ ਆਰੰਭ ਕਰਨੀ ਹੈ। ਇਸ ਪਾਵਨ ਅਸ਼ਟਪਦੀ ਦੇ ਆਰੰਭ ਵਿੱਚ ਮਹਾਰਾਜ ਨੇ ਸ਼ਲੋਕ ਅੰਦਰ ਕਿਰਪਾ ਕੀਤੀ ਹੈ। ਸ਼ਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ, ਨਾਨਕ ਤਿਸ ਬਲਿਹਾਰਨੈ, ਜਲ ਥਲ ਮਹੀਲ ਸੋਏ। ਗੁਰਦੇਵ ਸਮਝਾਉਂਦੇ ਨੇ ਕਿ ਇਸ ਸੰਸਾਰ ਦਾ ਕਰਤਾ ਕੇਵਲ ਇੱਕ ਹੀ ਹੈ। ਇਸ ਸੰਸਾਰ ਨੂੰ ਬਣਾਉਣ ਵਾਲਾ, ਸਾਜਣ ਵਾਲਾ, ਪਾਲਣ ਵਾਲਾ, ਮਿਟਾਉਣ ਵਾਲਾ ਉਹ ਕੇਵਲ ਇੱਕ ਹੀ ਹੈ। ਸਾਰੇ ਕਾਰਨਾਂ ਦਾ ਮੂਲ ਭਾਵ ਪੰਜ ਤੱਤਾਂ ਦਾ ਕਰਤਾ ਵੀ ਉਹ ਆਪ ਹੀ ਹੈ। ਛੇਵਾਂ ਤੱਤ ਅੱਜ ਤੱਕ ਕੋਈ ਹੋਰ ਦੂਜਾ ਨਹੀਂ ਬਣਾ ਸਕਿਆ। ਇਸ ਪਾਵਨ ਬਚਨ ਨੂੰ ਸਮਝਣ ਵਾਸਤੇ ਸਾਨੂੰ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚ ਇੱਕ ਬਚਨ ਪੜ੍ਹਨਾ ਪਵੇਗਾ। ਮਹਾਰਾਜ ਉੱਥੇ ਕਿਰਪਾ ਕਰਦੇ ਨੇ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਏ। ਜਿਹੜਾ ਅਕਾਲ ਪੁਰਖ ਦੇ ਹੁਕਮ ਨੂੰ ਬੁੱਝ ਲੈਂਦਾ ਹੈ, ਉਹਦੇ ਅੰਦਰੋਂ ਹਉਮੈ ਮਿਟ ਜਾਂਦੀ ਹੈ। ਜਿਹਦੇ ਅੰਦਰੋਂ ਹਉਮੈ ਮਿਟ ਜਾਂਦੀ ਹੈ, ਉਹ ਫਿਰ ਕਹਿਣ ਲੱਗ ਜਾਂਦੇ ਵੀ ਜੋ ਕੁਝ ਕਰ ਰਿਹਾ ਅਕਾਲ ਪੁਰਖ ਕਰ ਰਿਹਾ। ਪਰ ਜਿੰਨਾ ਚਿਰ ਬੰਦੇ ਅੰਦਰ ਹਉਮੈ ਰਹਿੰਦੀ ਹੈ, ਉਹ ਹਰ ਇੱਕ ਚੀਜ਼ ਨਾਲ ਆਪਣੀ ਹਉਮੈ ਨੂੰ ਜੋੜ ਕੇ ਵੇਖਦਾ ਹੈ। ਜੇ ਬੰਦਾ ਇੱਕ ਘਰ ਬਣਾਉਂਦਾ ਹੈ ਤੇ ਉਹ ਕਹਿੰਦਾ ਮੈਂ ਬਣਾਇਆ, ਬਾਹਰ ਵੱਡੀ ਨੇਮ ਪਲੇਟ ਲਿਖ ਕੇ ਲਾ ਦਿੰਦਾ ਹੈ ਆਪਣੇ ਨਾਮ ਦੀ। ਜੇ ਉਹ ਪ੍ਰਾਪਰਟੀ ਖਰੀਦਦਾ ਉਹ ਤਾਂ ਕਹਿੰਦਾ ਮੈਂ ਖਰੀਦੀ ਹੈ। ਕੋਈ ਸਾਧਨ ਖਰੀਦਦਾ ਉਹ ਕਹਿੰਦਾ ਮੈਂ ਖਰੀਦਿਆ। ਕਾਰੋਬਾਰ ਕੀਤਾ ਮੈਂ ਕੀਤਾ ਹੈ। ਕੋਈ ਪਦਵੀ ਹਾਸਲ ਕੀਤੀ ਹੈ, ਕੋਈ ਡਿਗਰੀ ਹਾਸਲ ਕੀਤੀ, ਕਹਿੰਦਾ ਮੈਂ ਕੀਤਾ ਹੈ। ਪਰਿਵਾਰ ਨੂੰ ਕੌਣ ਪਾਲਦਾ? ਮੈਂ ਪਾਲ ਰਿਹਾ ਵਾਂ। ਭਾਵ ਉਹ ਆਪਣੀ ਹਉਮੈ ਨੂੰ ਅੱਗੇ ਰੱਖ ਕੇ ਤੇ ਹਰ ਇੱਕ ਚੀਜ਼ ਵਿੱਚ ਕਰਤਾ ਭਾਵ ਆਪਣੇ ਆਪ ਨੂੰ ਰੱਖ ਕੇ ਵੀ ਹਰ ਕੰਮ ਮੈਂ ਹੀ ਕਰ ਰਿਹਾ। ਪਰ ਜਿਹੜਾ ਬੰਦਾ ਹੁਕਮ ਨੂੰ ਬੁੱਝ ਲੈਂਦਾ, ਉਹ ਕਹਿੰਦਾ ਨਹੀਂ ਮੈਂ ਨਹੀਂ ਕਰ ਰਿਹਾ, ਮੇਰੇ ਕੋਲੋਂ ਕੋਈ ਕਰਵਾ ਰਿਹਾ ਹੈ। ਤੇ ਕਰਾਉਣ ਵਾਲਾ ਕੌਣ ਹੈ? ਭਾਰਤ ਦੇਸ਼ ਦੇ ਅੰਦਰ ਮਨੁੱਖ ਤੋਂ ਥੋੜ੍ਹਾ ਜਿਹਾ ਉੱਤੇ ਕਿਸੇ ਨੂੰ ਸਮਝਿਆ ਗਿਆ ਤੇ ਉਹ ਦੇਵੀ ਦੇਵਤੇ ਸਨ। ਕਿਸੇ ਨੇ ਕਹਿ ਦਿੱਤਾ ਵੀ ਇਹ ਧਰਤੀ ਬ੍ਰਹਮਾ ਨੇ ਸਾਜੀ ਹੈ। ਕਿਸੇ ਨੇ ਆਖਿਆ ਵੀ ਇਹ ਧਰਤੀ ਜਿਹੜੀ ਹੈ ਉਹ ਵਿਸ਼ਕਰਮੇ ਨੇ ਸਾਜੀ ਹੈ, ਉਹਨੇ ਬਣਾਈ ਹੈ। ਕਿਸੇ ਦੇ ਮਤ ਨੇ ਇਹ ਆਖਿਆ ਵੀ ਇਹ ਧਰਤੀ 6 ਦਿਨ ਬਣਦੀ ਰਹੀ, 7ਵੇਂ ਦਿਨ ਰੱਬ ਨੇ ਆਰਾਮ ਕੀਤਾ ਹੈ। ਤਾਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਸਮਾਜ ਦੇ ਵਿੱਚ ਪ੍ਰਚਲਿਤ ਸਨ, ਪਰ ਗੁਰੂ ਮਹਾਰਾਜ ਨੇ ਇੱਕ ਠੋਸ ਗੱਲ ਜਿਹੜੀ ਹੈ ਕੀਤੀ ਹੈ, ਨੁਕਤੇ ਦੀ ਗੱਲ ਜਿਹਨੂੰ ਕਹਿ ਲਈਏ। ਮਹਾਰਾਜ ਨੇ ਆਖਿਆ ਵੀ ਇਹ ਕੋਈ ਆਮ ਛੋਟੀ ਸ਼ਕਤੀ ਨਹੀਂ ਵੀ ਜਿਹਨੇ ਇਹ ਰਚਨਾ ਬਣਾਈ ਹੋਵੇ, ਬਲਕਿ ਉਹ ਤਾਂ ਸਰਬ ਸ਼ਕਤੀਮਾਨ ਹੈ, ਇੰਨਾ ਮਹਾਨ ਹੈ। ਮਹਾਰਾਜ ਨੇ ਆਖਿਆ ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਸਿਰਫ ਇੱਕ ਬੋਲ ਨਾਲ ਲੱਖਾਂ ਦਰਿਆ ਬਣ ਜਾਂਦੇ ਨੇ। ਜੇ ਉਹ ਚਾਹੇ ਤਾਂ ਇੱਕ ਖਿੰਨ ਵਿੱਚ ਸਾਰੀ ਕਾਇਨਾਤ ਨੂੰ ਬਣਾ ਦੇਵੇ, ਚਾਹੇ ਤੇ ਇਹ ਕਾਇਨਾਤ ਨੂੰ ਮਿਟਾ ਦੇਵੇ। ਫਿਰ ਉਹਦੇ ਅੰਦਰ ਇੱਕ ਹੋਰ ਵਿਲੱਖਣਤਾ ਹੈ ਜੋ ਮਨੁੱਖਾਂ ਵਿੱਚ ਨਹੀਂ। ਉਹਦੇ ਵਿੱਚ ਕੀ ਵਿਲੱਖਣਤਾ ਹੈ ਕਿ ਉਹ ਕਰਤਾ ਪੁਰਖ ਹੈ। ਮਨੁੱਖ ਜਦੋਂ ਕਰਤਾ ਬਣਦਾ ਹੈ, ਮਨੁੱਖ ਦੀ ਬਣਾਈ ਹੋਈ ਕੋਈ ਚੀਜ਼ ਹੈ। ਮੰਨ ਲਓ ਇੱਕ ਪੱਥਰ ਨੂੰ ਤੋੜ ਕੇ ਨੇ ਮੂਰਤੀ ਨੂੰ ਬਣਾ ਦਿੱਤਾ, ਪਰ ਮੂਰਤੀ ਨੂੰ ਬਣਾਉਣ ਵਾਲਾ ਬੰਦਾ ਜਿਹੜਾ ਹੈ ਉਹ ਨਾ ਸਦਾ ਮੂਰਤੀ ਨਾਲ ਨਹੀਂ ਰਹਿ ਸਕਦਾ। ਹੁਣ ਆਪਾਂ ਵੇਖਦੇ ਹੀ ਹਾਂ
ਜਿਸ ਮਨੁੱਖ ਨੇ ਇਹ ਬਿਲਡਿੰਗ ਬਣਾਈ ਹੋਵੇਗੀ ਉਹ ਨਾਲ ਨਹੀਂ ਬੈਠਾ। ਔਰ ਇਹਨੂੰ ਇੱਕ ਬਿਲਡਿੰਗ ਨੂੰ ਬਣਾਉਣ ਵਾਸਤੇ ਵੀ ਕਿੰਨੇ ਲੋਕਾਂ ਦੀ ਲੋੜ ਪਈ ਹੈ। ਲੱਕੜ ਵਾਲਾ ਹੋਰ ਹੈ, ਬਿਜਲੀ ਵਾਲਾ ਹੋਰ ਹੈ, ਮਾਰਬਲ ਵਾਲਾ ਮਟੀਰੀਅਲ ਵਾਲਾ ਹੋਰ ਹੈ, ਪਾਣੀ ਵਾਲਾ ਹੋਰ ਹੈ। ਕਿੰਨੇ ਲੋਕਾਂ ਨੇ ਮਿਲ ਕੇ ਇੱਕ ਬਿਲਡਿੰਗ ਬਣਾਈ, ਪਰ ਅਕਾਲ ਪੁਰਖ ਇੱਕ ਹੀ ਹੈ ਜਿਹਨੇ ਸੰਸਾਰ ਇਹ ਬ੍ਰਹਿਮੰਡ ਦੀ ਬਿਲਡਿੰਗ ਬਣਾਈ ਹੈ। ਉਹ ਇੱਕ ਹੀ ਹੈ। ਵਿਲੱਖਣਤਾ ਇਹ ਹੈ ਕਿ ਮਨੁੱਖ ਕੋਈ ਚੀਜ਼ ਬਣਾ ਕੇ ਸਦਾ ਉਹਦੇ ਨਾਲ ਨਹੀਂ ਰਹਿ ਸਕਦਾ। ਰੱਬ ਨੇ ਜਿਹੜੀ ਚੀਜ਼ ਬਣਾਈ ਹੈ ਉਹ ਬਣਾਈ ਹੋਈ ਚੀਜ਼ ਦੇ ਵਿੱਚ ਹੀ ਹੈ। ਜਿਵੇਂ ਕਿ ਜੇ ਉਹਨੇ ਫੁੱਲ ਬਣਾਇਆ ਤੇ ਉਹ ਫੁੱਲ ਵਿੱਚ ਸਮਾਇਆ ਹੋਇਆ ਹੈ। ਜੇ ਉਹਨੇ ਮਨੁੱਖਾਂ ਨੂੰ ਬਣਾਇਆ ਤੇ ਮਨੁੱਖਾਂ ਵਿੱਚ ਬੈਠਾ ਹੋਇਆ ਹੈ। ਜੇ ਉਹਨੇ ਧਰਤੀ ਬਣਾਈ ਤੇ ਧਰਤੀ ਵਿੱਚ ਮੌਜੂਦ ਹੈ। ਜੇ ਉਹਨੇ ਆਕਾਸ਼ ਬਣਾਇਆ ਆਕਾਸ਼ ਵਿੱਚ ਮੌਜੂਦ ਹੈ। ਜੇ ਉਹਨੇ ਚੰਨ ਤਾਰੇ ਬਣਾਏ ਉਹਨਾਂ ਵਿੱਚ ਮੌਜੂਦ ਹੈ। ਕਾਦਰ ਦੀ ਕੁਦਰਤ ਕਾਦਰ ਤੋਂ ਵੱਖਰੀ ਨਹੀਂ। ਇੱਕ ਪਲ ਵਾਸਤੇ ਸਾਨੂੰ ਇੰਝ ਲੱਗਦਾ ਹੈ ਵੀ ਜਿਵੇਂ ਸੰਸਾਰ ਹੋਰ ਹੈ ਤੇ ਨਿਰੰਕਾਰ ਹੋ ਰਹੀ। ਪਰ ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ ਸਮਝਦੇ ਹਾਂ ਤੇ ਭਗਤਾਂ ਨੇ ਇਸ ਗੱਲ ਤੇ ਬੜਾ ਜ਼ੋਰ ਦਿੱਤਾ ਏ ਕਿ ਕਰਤਾ ਆਪਣੀ ਕਿਰਤ ਤੋਂ ਵੱਖਰਾ ਨਹੀਂ। ਮਨੁੱਖ ਜਦੋਂ ਕਰਤਾ ਬਣਦਾ ਹੈ ਇਹ ਆਪਣੀ ਕਿਰਤ ਤੋਂ ਵੱਖਰਾ ਹੋ ਸਕਦਾ ਹੈ, ਪਰ ਕਾਦਰ ਆਪਣੀ ਬਣਾਈ ਹੋਈ ਕੁਦਰਤ ਤੋਂ ਵੱਖ ਨਹੀਂ ਹੋ ਸਕਦਾ। ਬਲਕਿ ਉਹ ਤਾਂ ਹਰ ਇੱਕ ਜ਼ਰੇ ਵਿੱਚ ਸਮਾਇਆ ਹੋਇਆ। ਉਸ ਵਰਗਾ ਕ੍ਰੀਏਟਰ ਦੁਨੀਆ ਅੰਦਰ ਕੋਈ ਦੂਜਾ ਨਹੀਂ। ਜਿਹੋ ਜੀ ਰਚਨਾ ਉਹਨੇ ਕਰ ਦਿੱਤੀ ਉਹ ਜੀ ਕੋਈ ਦੂਜਾ ਨਹੀਂ ਕਰ ਸਕਦਾ। ਹਾਲਾਂਕਿ ਮਨੁੱਖ ਨੇ ਨਕਲ ਬਹੁਤ ਕੀਤੀ ਹੈ। ਮਨੁੱਖ ਨੇ ਰੱਬ ਦੇ ਬਣਾਏ ਹੋਏ ਪੌਦਿਆਂ ਨੂੰ ਫੁੱਲਾਂ ਨੂੰ ਵੇਖ ਕੇ ਡੁਪਲੀਕੇਟ ਫੁੱਲ ਬਣਾਏ ਨੇ, ਪਰ ਉਹਨਾਂ ਵਿੱਚ ਜਾਨ ਪਾਉਣ ਦੀ ਸਮਰੱਥਾ ਮਨੁੱਖ ਕੋਲ ਨਹੀਂ ਹੈਗੀ। ਹੁਣ ਇੱਕ ਪਲ ਵਾਸਤੇ ਅਗਰ ਇਹ ਮੰਨ ਵੀ ਲਿਆ ਜਾਵੇ ਕਿ ਮਨੁੱਖ ਕਰਤਾ ਹੈ, ਤਾਂ ਮਨੁੱਖ ਉਨਾ ਚਿਰ ਹੀ ਕਰ ਸਕਦਾ ਜਿੰਨਾ ਚਿਰ ਹੋਸ਼ ਵਿੱਚ ਹੈ। ਜਦੋਂ ਮਨੁੱਖ ਸੌਂ ਜਾਂਦਾ ਉਦੋਂ ਬਾਅਦ ਕੌਣ ਕਰਦਾ ਹੈ? ਆਪਾਂ ਸਾਹ ਲੈ ਰਹੇ ਹਾਂ, ਮੰਨ ਲਓ ਵੀ ਜੇ ਸਾਨੂੰ ਇਹ ਚੇਤਾ ਰੱਖਣਾ ਪਵੇ ਵੀ ਅਗਲੇ ਪਲ ਸਾਨੂੰ ਸਵਾਸ ਲੈਣਾ ਸਾਹ ਲੈਣਾ ਤੇ ਬੜੀ ਮੁਸ਼ਕਲ ਖੜੀ ਹੋ ਜਾਵੇਗੀ। ਇੱਕ ਪਲ ਅਸੀਂ ਵਿਸਰੇ ਨਹੀਂ ਕਿ ਅਸੀਂ ਖਤਮ ਨਹੀਂ ਹੋਏ। ਚਲ ਜਿਉਂਦਿਆਂ ਬੰਦਾ ਰੱਖ ਸਕਦਾ ਧਿਆਨ, ਪਰ ਜਦੋਂ ਆਪਾਂ ਸੁੱਤੇ ਹੁੰਦੇ ਹਾਂ ਉਦੋਂ ਤੇ ਸਾਡਾ ਸੰਸਾਰ ਨਾਲ ਹੀ ਸੰਬੰਧ ਟੁੱਟ ਜਾਂਦਾ ਹੈ। ਉਦੋਂ ਉਹ ਕਿਹੜੀ ਤਾਕਤ ਹੈ ਜਿਹੜੀ ਸਾਡੇ ਸਵਾਸ ਚਲਾ ਰਹੀ ਹੈ, ਸਾਡੇ ਸਰੀਰ ਦੇ ਸਿਸਟਮ ਨੂੰ ਚਲਾ ਰਹੀ ਹੈ, ਸਾਡੇ ਸਰੀਰ ਦੇ ਅੰਦਰ ਜਿਹੜਾ ਸਾਰਾ ਬਲੱਡ ਸਰਕੂਲੇਸ਼ਨ ਚੱਲ ਰਿਹਾ ਹੁੰਦਾ ਹੋ ਰਿਹਾ ਹੁੰਦਾ, ਕੌਣ ਚਲਾ ਰਿਹਾ ਹੁੰਦਾ, ਭੋਜਨ ਨੂੰ ਖੂਨ ਵਿੱਚ ਕੌਣ ਕਨਵਰਟ ਕਰ ਰਿਹਾ ਹੁੰਦਾ ਹੈ। ਇਹ ਗੱਲਾਂ ਬੰਦੇ ਨੂੰ ਸੋਚਣ ਤੇ ਮਜਬੂਰ ਕਰ ਦਿੰਦੀਆਂ ਨੇ। ਫਿਰ ਉਹ ਇਹ ਕਰਤਾ ਇਸ ਰਚਨਾ ਨੂੰ ਬਣਾ ਕੇ ਬੈਠਾ ਹੀ ਨਹੀਂ, ਬਲਕਿ ਇਹਦੀ ਸੰਭਾਲ ਵੀ ਕਰ ਰਿਹਾ ਹੈ। ਉਹ ਵੇਖ ਰਿਹਾ ਹੈ ਵੀ ਜਿਹੜੇ ਪੱਤੇ ਪੁਰਾਣੇ ਹੋ ਗਏ ਨੇ ਝੜ ਜਾਂਦੇ ਨੇ, ਫਿਰ ਨਵੇਂ ਪੱਤੇ ਆ ਜਾਂਦੇ ਨੇ। ਜਿਹੜੇ ਜੀਵ ਇਸ ਸੰਸਾਰ ਵਿੱਚ ਆਏ ਨੇ, ਜਦੋਂ ਉਹਨਾਂ ਦਾ ਸਰੀਰ ਚੱਲਣ ਦੇ ਬੋਲਣ ਦੇ ਖਾਣ ਦੇ ਸਮਰੱਥ ਨਹੀਂ ਰਹਿੰਦਾ, ਤਾਂ ਫਿਰ ਉਹਨਾਂ ਦੇ ਸਰੀਰਾਂ ਨੂੰ ਛੀਣ ਕਰ ਦਿੰਦਾ, ਖਤਮ ਕਰ ਦਿੰਦਾ। ਫਿਰ ਇੱਕ ਨਵਾਂ ਸਰੀਰ ਬਣ ਜਾਂਦਾ ਹੈ, ਇੱਕ ਨਵੀਂ ਰਚਨਾ ਬਣਾ ਦਿੰਦਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਇੱਕ ਦਿਨ ਘਰ ਤੋਂ ਬਾਹਰ ਨਿਕਲੇ ਤੇ ਨਾਲ ਕੁਝ ਸਤਿਗੁਰ ਪਾਤਸ਼ਾਹ ਜੀ ਦੇ ਸੇਵਕ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਸੇਵਕਾਂ ਦੇ ਨਾਲ ਕੋਈ ਚਰਚਾ ਕਰਦੇ ਨੇ। ਉੱਥੇ ਨਾ ਇੱਕ ਨਗਰ ਵਸਾਇਆ ਸੀ ਪਾਤਸ਼ਾਹ ਜੀ ਨੇ, ਅੱਜ ਵੀ ਉਹ ਨਗਰ ਸੁਸ਼ੋਭਿਤ ਹੈ। ਰਾਵੀ ਦੇ ਕਿਨਾਰੇ ਤੇ ਇਹ ਬਣਿਆ ਹੋਇਆ ਬੜਾ ਖੂਬਸੂਰਤ ਨਗਰ। ਭਾਈ ਦੁਨੀ ਚੰਦ ਜਿਹਨੂੰ ਧਨ ਦਾ ਬੜਾ ਮਾਣ ਸੀ, ਪਾਤਸ਼ਾਹ ਜੀ ਨੇ ਉਹਦੇ ਹੰਕਾਰ ਨੂੰ ਤੋੜਿਆ ਤੇ ਦੱਸਿਆ, ਭਲਿਆ ਤੂੰ ਇਸ ਧਨ ਦਾ ਮਾਣ ਪਿਆ ਕਰਦਾ ਹੈ, ਦੁਨੀਆ ਵਿੱਚੋਂ ਤੇ ਇੱਕ ਸੂਈ ਵੀ ਨਾਲ ਨਹੀਂ ਲਿਜਾ ਸਕਦਾ।
ਉਹਨੇ ਆਖਿਆ ਪਾਤਸ਼ਾਹ ਫਿਰ ਮੈਂ ਕੀ ਕਰਾਂ? ਕਹਿਣ ਲੱਗੇ ਜੇ ਰੱਬ ਨੇ ਤੈਨੂੰ ਇੰਨਾ ਕੁਝ ਦਿੱਤਾ ਹੈ ਫਿਰ ਇਹਨੂੰ ਲੇਖੇ ਵਿੱਚ ਲਾ, ਚੰਗੇ ਪਾਸੇ ਲਾ, ਲੋਕਾਂ ਦੇ ਭਲੇ ਵਾਸਤੇ ਵਰਤ। ਤਾਂ ਉਹ ਦੁਨੀ ਚੰਦ ਨੇ ਉਸ ਨਗਰ ਨੂੰ ਵਸਾਉਣ ਵਿੱਚ ਬੜਾ ਸਹਿਯੋਗ ਕੀਤਾ। ਉੱਥੇ ਨਗਰ ਵਿੱਚ ਨਵੇਂ ਘਰ ਬਣੇ, ਇੱਕ ਧਰਮਸ਼ਾਲ ਬਣੀ, ਪਹਿਲਾ ਗੁਰਦੁਆਰਾ ਕਹਿ ਲਓ, ਜਿੱਥੇ ਸਤਸੰਗ ਹੁੰਦਾ, ਬਾਣੀ ਦਾ ਕੀਰਤਨ ਹੁੰਦਾ, ਮਹਾਰਾਜ ਬਾਣੀ ਦਾ ਉਪਦੇਸ਼ ਕਰਦੇ, ਸਵੇਰੇ ਸ਼ਾਮ ਸਤਸੰਗ ਹੁੰਦਾ। ਦੂਰੋਂ ਦੂਰੋਂ ਮਹਾਰਾਜ ਦੇ ਦੀਦਾਰ ਕਰਨ ਵਾਸਤੇ ਲੋਕ ਆਉਂਦੇ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਦਿਨ ਜਿਹੜੇ ਪਤਵੰਦੇ ਸੱਜਣ ਬੈਠੇ ਸਨ, ਸਤਿਕਾਰਯੋਗ ਬਾਬਾ ਬੁੱਢਾ ਜੀ ਵਰਗੇ, ਉਹਨਾਂ ਨੂੰ ਆਖਿਆ ਵੀ ਆ ਜਿਹੜਾ ਨਗਰ ਅਸੀਂ ਬਣਾਇਆ ਹੈ ਤੇ ਆਪਾਂ ਨਾਂ ਕੀ ਰੱਖੀਏ? ਹੁਣ ਕੁਦਰਤੀ ਗੱਲ ਹੈ, ਅਸੀਂ ਜਦੋਂ ਕੋਈ ਘਰ ਬਣਾਉਂਦੇ ਹਾਂ ਨਾ, ਕੋਈ ਆਪਣੇ ਬਾਪ ਦੇ ਨਾਂ 'ਤੇ, ਕੋਈ ਮਾਂ ਦੇ ਨਾਂ 'ਤੇ, ਕੋਈ ਦਾਦੇ ਦੇ ਨਾਂ 'ਤੇ, ਕੋਈ ਪੜਦਾਦੇ ਦੇ ਨਾਂ 'ਤੇ, ਕੋਈ ਆਪਣੇ ਨਾਂ 'ਤੇ, ਕੋਈ ਬੱਚਿਆਂ ਦੇ ਨਾਂ 'ਤੇ, ਉਹ ਘਰ ਦਾ ਨਾਂ ਰੱਖ ਦਿੰਦਾ। ਆਪਾਂ ਵੇਖਦੇ ਹਾਂ ਬਾਜ਼ਾਰਾਂ ਵਿੱਚ ਦੁਕਾਨਾਂ ਨੇ, ਉੱਤੇ ਨਾਂ ਲਿਖੇ ਨੇ, ਬੰਦਾ ਗੱਡੀਆਂ ਕਾਰਾਂ 'ਤੇ ਵੀ ਨਾਂ ਲਿਖੀ ਫਿਰਦਾ ਵੀ ਆ ਫਲਾਣੇ ਦੀ ਗੱਡੀ ਹੈ, ਆ ਫਲਾਣੇ ਦੀ ਹੈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਵੀ ਇਹ ਨਗਰ ਜੋ ਬਣਾਇਆ ਹੈ ਆਪਾਂ, ਇਹਦਾ ਨਾਮ ਕੀ ਰੱਖੀਏ? ਤਾਂ ਕਿਸੇ ਨੇ ਆਖਿਆ ਪਾਤਸ਼ਾਹ ਵੀ ਨਾਨਕਪੁਰਾ ਰੱਖ ਦਈਏ। ਕਿਸੇ ਨੇ ਆਖਿਆ ਵੀ ਸਤਿਗੁਰ ਜੀ ਉਹ ਪਿਤਾ ਜੀ ਦੇ, ਤੁਹਾਡੇ ਪਿਤਾ ਜੀ ਮਹਿਤਾ ਕਲਿਆਣ ਦਾਸ, ਉਹਨਾਂ ਦੇ ਨਾਂ 'ਤੇ। ਕੋਈ ਕਹਿੰਦਾ ਵੀ ਮਾਤਾ ਸੁਲੱਖਣੀ ਜੀ ਦੇ ਨਾਂ 'ਤੇ ਰੱਖ ਦਈਏ। ਕਿਸੇ ਨੇ ਆਖਿਆ ਬੇਬੇ ਨਾਨਕੀ ਦੇ ਨਾਂ 'ਤੇ ਰੱਖ ਦਈਏ। ਉਹ ਹਰ ਇੱਕ ਦੀ ਇੱਕ ਵੱਖਰੀ ਵੱਖਰੀ ਸੋਚ। ਅਖੀਰ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਵੀ ਇਹ ਨਗਰ ਜਿਹੜਾ ਹੈ ਨਾ ਤੇ ਮੇਰੇ ਪਿਤਾ ਜੀ ਨੇ ਬਣਾਇਆ ਤੇ ਨਾ ਮੈਂ ਬਣਾਇਆ, ਬਲਕਿ ਇਸ ਨਗਰ ਨੂੰ ਬਣਾਉਣ ਵਿੱਚ ਜਿਹਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ, ਜਿਹਨੇ ਸੋਝੀ ਬਖਸ਼ੀ ਤੇ ਜਿਨ੍ਹਾਂ ਵਿੱਚ ਵਰਤ ਕੇ ਉਹਨੇ ਇਹ ਕਾਰਜ ਕਰਾਇਆ, ਉਹਦੇ ਨਾਂ 'ਤੇ ਨਗਰ ਦਾ ਨਾਂ ਰੱਖਣਾ। ਪਾਤਸ਼ਾਹ ਕੌਣ? ਕਹਿਣ ਲੱਗੇ ਕਰਤਾਰਪੁਰ, ਕਰਤੇ ਦਾ ਇਹ ਨਗਰ ਹੈ। ਉਹ ਕਰਨ ਵਾਲਾ ਜਿਹੜਾ ਜੀਵਾਂ ਵਿੱਚ ਬੈਠ ਕੇ ਸਾਰਾ ਕੁਝ ਕਰਵਾ ਰਿਹਾ ਹੈ। ਕਿੰਨੀ ਪਿਆਰੀ ਗੱਲ ਸੀ ਕਿ ਅੱਜ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਿੱਖ ਬੈਠਾ ਹੈ, ਉਹਨੂੰ ਪੁੱਛਿਆ ਜਾਵੇ ਵੀ ਬਾਬੇ ਨਾਨਕ ਨੇ ਜਿਹੜਾ ਨਗਰ ਵਸਾਇਆ ਸੀ, ਪਹਿਲਾ ਗੁਰਦੁਆਰਾ ਬਣਾਇਆ ਸੀ, ਉਹਦਾ ਨਾਂ ਕੀ ਹੈ? ਕਹਿੰਦਾ ਕਰਤਾਰਪੁਰ। ਪਹਿਲਾਂ ਯਾਦ ਹੀ ਕਰਤਾਰ ਦੀ ਆਉਂਦੀ ਏ। ਬਾਬੇ ਨੇ ਆਖਿਆ ਮੈਂ ਤੈਨੂੰ ਆਪਣੇ ਸਰੀਰ ਨਾਲ ਨਹੀਂ ਜੋੜਨਾ। ਸਰੀਰਾਂ ਦੇ ਨਾਂ ਉੱਤੇ ਬੜੇ ਨਗਰ ਵਸੇ ਹੋਏ ਨੇ, ਬੜੇ ਹੀ ਧਾਰਮਿਕ ਸਥਾਨ ਵੀ ਬਣੇ ਹੋਏ ਨੇ, ਪਰ ਕਰਤੇ ਦੇ ਨਾਂ ਦਾ ਕੋਈ ਸਥਾਨ ਨਹੀਂ ਬਣਿਆ ਅਜ ਤੱਕ। ਤੇ ਮੈਂ ਕਰਤੇ ਨਾਲ ਜੋੜਨ ਵਾਸਤੇ ਆਇਆ ਤੈਨੂੰ। ਮੈਂ ਆ ਦੁਨੀਆ ਦੇ 4 ਦਿਨ ਦੇ ਜਿਹੜੇ ਮਹਿਮਾਨ ਜੀਵ ਨੇ, ਇਹਨਾਂ ਨਾਲ ਨਹੀਂ ਜੋੜਨ ਆਇਆ, ਸਰੀਰਾਂ ਨਾਲ ਨਹੀਂ ਜੋੜਨ ਆਇਆ, ਕਰਤੇ ਨਾਲ ਜੋੜਨ ਆਇਆ, ਜਿਹਨੇ ਤੈਨੂੰ ਬਣਾਇਆ ਹੈ, ਜਿਹਨੇ ਤੇਰੀ ਰਚਨਾ ਕੀਤੀ ਹੈ। ਤੇ ਉਹ ਕੇਵਲ ਇੱਕ ਹੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਪੂਰੀ ਅਸ਼ਟਪਦੀ ਦੇ ਅੰਦਰ ਇਹ ਕਿਰਪਾ ਕੀਤੀ ਹੈ ਕਿ ਬੰਦੇ ਅੰਦਰੋਂ ਹਉਮੈ ਖਤਮ ਹੋਵੇ ਤੇ ਉਸ ਕਰਤੇ ਨਾਲ ਜੁੜ ਕੇ ਤੇ ਉਸ ਕਰਤੇ ਦੀਆਂ ਬਖਸ਼ਿਸ਼ਾਂ ਨੂੰ ਵੇਖਦਾ ਹੋਇਆ ਜੀਵਨ ਦਾ ਆਨੰਦ ਮਾਣ ਸਕੇ। ਤਾਂ ਗੁਰਦੇਵ ਕਿਰਪਾ ਕਰਦੇ ਨੇ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਭਾਈ ਕਰਨ ਵਾਲਾ ਕਰਤਾ ਕੇਵਲ ਇੱਕੋ ਹੀ ਹੈ, ਦੂਜਾ ਹੋਰ ਕੋਈ ਨਹੀਂ। ਉਹਦੇ ਤੁਲ, ਉਹਦੇ ਬਰਾਬਰ ਕੋਈ ਦੂਜਾ ਹੋਰ ਨਹੀਂ ਹੈ। ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਲ ਸੋਇ। ਨਾਨਕ ਜੀ ਉਹਦੇ ਤੋਂ ਬਲਿਹਾਰ ਸਦਕੇ ਜਾਂਦੇ ਨੇ। ਕਿਉਂ? ਉਹ ਜਲ ਵਿੱਚ ਵੀ ਹੈ। ਜਲ ਦੇ ਲੱਲੇ ਅੱਖਰ ਨੂੰ ਸਿਹਾਰੀ ਹੈ ਜਲ ਵਿੱਚ, ਥਲ ਦੇ ਲਾ ਅੱਖਰ ਨੂੰ ਵੀ ਸਿਹਾਰੀ ਹੈ। ਥਲ ਦਾ ਅਰਥ ਹੁੰਦਾ ਹੈ ਧਰਤੀ, ਧਰਤੀ ਵਿੱਚ ਵੀ ਹੈ। ਜੇ ਉਹਨੇ ਧਰਤੀ ਬਣਾਈ ਤੇ ਧਰਤੀ ਵਿੱਚ ਬੈਠ ਗਿਆ, ਜੇ ਉਹਨੇ ਪਾਣੀ ਬਣਾਇਆ ਤੇ ਪਾਣੀ ਵਿੱਚ, ਬਲਕਿ ਪਾਣੀ ਦਾ ਹੀ ਰੂਪ ਬਣ ਗਿਆ। ਉਹਨੇ ਜਦੋਂ ਰਚਨਾ ਇਹ ਸ੍ਰਿਸ਼ਟੀ ਦੀ ਕੀਤੀ ਹੈ ਨਾ, ਤੇ ਮਹਾਰਾਜ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ। ਸਾਹਿਬ ਆਖਦੇ ਨੇ, ਸਾਚੇ ਤੇ ਪਵਣਾ ਪਿਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਬਲਕਿ ਉਹ ਸੱਚ ਤੋਂ ਮੰਨ ਲਓ ਪੌਣ ਬਣਿਆ, ਪੌਣ ਤੋਂ ਕੀ ਹੈ? ਪਾਣੀ ਬਣਿਆ, ਪਾਣੀ ਤੋਂ ਹੀ ਉਹ ਇਹ ਸੰਸਾਰ ਬਣ ਗਿਆ।
ਕੋਈ ਵੱਖਰੀ ਹਸਤੀ ਨਹੀਂ, ਬਲਕਿ ਸੰਸਾਰ ਵਿੱਚ ਹੀ ਹੈ ਉਹ। ਤਾਂ ਸਾਹਿਬ ਆਖਦੇ ਨੇ ਵੀ ਮੈਂ ਮਾਲਕ ਤੋਂ ਬਲਿਹਾਰ ਜਾਣਾ, ਜਲ ਥਲ ਮਹੀਲ ਸੋਏ। ਮਹੀਲ ਆਕਾਸ਼, ਆਕਾਸ਼ ਵਿੱਚ ਵੀ ਹੈ। ਹੁਣ ਉਹ ਵਸਿਆ ਹੋਇਆ ਗੁਪਤ ਰੂਪ ਵਿੱਚ ਹੈ, ਉਹ ਹਰ ਇੱਕ ਚੀਜ਼ ਵਿੱਚ ਵਸਿਆ ਹੋਇਆ ਹੈ, ਪਰ ਹੈ ਗੁਪਤ ਰੂਪ ਦੇ ਵਿੱਚ। ਸਾਰੀ ਕਾਇਨਾਤ ਵਿੱਚ ਹੈ ਉਹਦਾ ਵਾਸਾ, ਪਰ ਗੁਪਤ ਰੂਪ ਦੇ ਵਿੱਚ ਉਹ ਵਰਤ ਰਿਹਾ ਹੈ। ਤਾਂ ਗੁਰਦੇਵ ਕਿਰਪਾ ਕਰਦੇ ਨੇ, ਮੈਂ ਉਹਦੇ ਤੋਂ ਬਲਿਹਾਰ ਸਦਕੇ ਜਾਣਾ ਹਾਂ। ਅਸ਼ਟਪਦੀ ਕਰਨ ਕਰਾਵਣ ਕਰਨੈ ਜੋਗ। ਉਹ ਕਰਨ ਵਾਲਾ ਕਰਤਾ ਹੈ, ਕਰਾਵਣ ਜੀਵਾਂ ਪਾਸੋਂ ਕਰਾਉਣ ਦੀ ਸਮਰੱਥਾ ਵੀ ਰੱਖਦਾ ਹੈ। ਉਹ ਚਾਹੇ ਤੇ ਕੁਛ ਵੀ ਕਰਵਾ ਸਕਦਾ ਹੈ, ਉਹਦੇ ਵਿੱਚ ਇੰਨੀ ਤਾਕਤ ਸਮਰੱਥਾ ਹੈ, ਉਹ ਚਾਹੇ ਕੁਛ ਵੀ ਕਰਾ ਸਕਦਾ ਹੈ। ਜਿਵੇਂ ਇੱਕ ਮਨੁੱਖ ਬੈਠਾ ਹੋਇਆ ਉੱਚੇ ਅਹੁਦੇ 'ਤੇ ਜਦੋਂ ਮਨੁੱਖ ਬਹਿ ਜਾਂਦਾ ਹੈ, ਉਹ ਫਿਰ ਆਪਣੇ ਜਿਹੜੇ ਥੱਲੇ ਉਹਦੇ ਕੰਮ ਕਰਨ ਵਾਲੇ ਕਰਮਚਾਰੀ ਨੇ, ਉਹਦੇ ਇੱਕ ਹੁਕਮ 'ਤੇ ਉਹ ਉਹਦੀ ਗੱਲ ਨੂੰ ਮੰਨਦੇ ਨੇ। ਇਸ ਸੰਸਾਰ ਅੰਦਰ ਜਿੰਨੇ ਵੀ ਜੀਵ ਹਨ, ਅਕਾਲ ਪੁਰਖ ਜਿਵੇਂ ਉਹਨਾਂ ਨੂੰ ਸੋਝੀ ਬਖਸ਼ਦਾ ਉਵੇਂ ਹੀ ਕੰਮ ਕਰਦੇ ਜਾਂਦੇ ਨੇ। ਅੱਗੇ ਮਹਾਰਾਜ ਫਿਰ ਇਹਦਾ ਖੁਲਾਸਾ ਕਰਦੇ ਨੇ ਕਿਵੇਂ, ਜੋਤ ਸੁਭਾਵ ਹੈ ਸੋਈ ਹੋਗ। ਉਹ ਕਰਤਾ ਵੀ ਇਹ, ਕਰਾਉਣ ਦੀ ਸਮਰੱਥਾ ਵੀ ਰੱਖਦਾ ਹੈ ਤੇ ਕਰਨ ਯੋਗ ਵੀ ਹੈ, ਪਰ ਨਾਲ ਮਹਾਰਾਜ ਆਖਦੇ ਨੇ ਜੋ ਉਹਨੂੰ ਭਾਉਂਦਾ ਹੈ ਉਹੀ ਕੁਝ ਹੁੰਦਾ ਹੈ। ਅਸੀਂ ਜਿੰਨੇ ਮਰਜ਼ੀ ਯਤਨ ਕਰ ਲਈਏ, ਅਸੀਂ ਆਖੀਏ ਆਹ ਅਸੀਂ ਕਰਨਾ ਹੈ, ਕਈ ਵਾਰੀ ਆਪਾਂ ਬੜੀਆਂ ਪਲੈਨਿੰਗਾਂ ਕਰਕੇ ਬੈਠੇ ਹੁੰਦੇ ਹਾਂ, ਬੜੇ ਪ੍ਰਬੰਧ ਕਰਕੇ ਬੈਠੇ ਹੁੰਦੇ ਹਾਂ, ਪਰ ਇੱਕ ਛਿਨ ਵਿੱਚ ਹੀ ਉਹ ਜਿਹੜਾ ਸਾਡਾ ਫੈਸਲਾ ਬਦਲ ਜਾਂਦਾ ਹੈ। ਇੱਕ ਛਿਨ ਵਿੱਚ, ਸਮਾਂ ਵੀ ਨਹੀਂ ਲੱਗਦਾ, ਇੱਕ ਪਲ ਵਿੱਚ ਹੀ ਖਿਆਲ ਆਇਆ ਤੇ ਬਦਲ ਗਿਆ। ਮਹਾਰਾਜ ਆਖਦੇ ਨੇ ਕਰਨ ਤੇ ਕੁਝ ਹੋਰ ਚੱਲਿਆ ਸੈਂ ਤੇ ਕਰ ਤੂੰ ਕੁਝ ਹੋਰ ਰਿਹਾ। ਇੱਕ ਪਲ ਪਹਿਲਾਂ ਤੂੰ ਕੀ ਪਲੈਨਿੰਗ ਬਣਾ ਕੇ ਬੈਠਾ ਸੀ ਵੀ ਮੈਂ ਤੇ ਇੱਧਰ ਜਾਵਾਂਗਾ, ਆਹ ਕਰਾਂਗਾ, ਇਸ ਤਰ੍ਹਾਂ ਕਰਾਂਗਾ, ਅਗਲੇ ਪਲ ਹੀ ਬਦਲ ਗਿਆ, ਕਹਿਣ ਲੱਗੇ ਨਹੀਂ ਇੱਧਰ ਚਲੀਏ। ਉਹ ਕਿਵੇਂ ਹੋਇਆ, ਉਹ ਕਿਵੇਂ ਵਿਧ ਬਣੀ? ਅਕਾਲ ਪੁਰਖ ਨੇ ਬੰਦੇ ਦੀ ਵਿਚਾਰ ਨੂੰ ਬਦਲ ਦਿੱਤਾ ਇੱਕ ਛਿਨ ਵਿੱਚ ਹੀ। ਸਾਹਿਬ ਦੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਦੇ ਨੇ, ਨਰ ਚਾਹਤ ਕਛ ਔਰੇ ਕੀ ਔਰੇ ਪਈ। ਬੰਦੇ ਨੇ ਸੋਚਿਆ ਕੁਛ ਸੀ, ਹੋ ਕੁਛ ਗਿਆ। ਕਈ ਵਾਰੀ ਆਪਾਂ ਕਹਿੰਦੇ ਨਾ, ਲੈ ਅਸੀਂ ਤੇ ਆਹ ਕੁਛ ਸੋਚਿਆ ਸੀ ਤੇ ਆਹ ਕੁਛ ਹੋ ਗਿਆ, ਅਸੀਂ ਤੇ ਸੋਚਿਆ ਵੀ ਨਹੀਂ ਸੀ। ਬੰਦੇ ਦੇ ਸੋਚਣ ਤੋਂ ਪਹਿਲਾਂ ਵੀ ਉਹਨੂੰ ਪਤਾ ਹੈ ਵੀ ਇਹਨੇ ਹੁਣ ਕੀ ਕਰਨਾ ਹੈ, ਉਸ ਕਰਤੇ ਨੂੰ ਪਤਾ ਹੈ। ਇਸ ਕਰਕੇ ਸਾਹਿਬਾਦ ਨੇ ਜੋਤ ਸੁਭਾਵੈ ਸੋਈ ਹੋਗ। ਖਿਨ ਮੈਂ ਥਾਪ ਉਥਾਪਣ ਹਾਰਾ। ਉਹ ਇੱਕ ਖਿਨ ਵਿੱਚ ਹੀ ਬਣਾ ਦਿੰਦਾ ਹੈ ਸ੍ਰਿਸ਼ਟੀ ਨੂੰ, ਕਾਇਨਾਤ ਨੂੰ, ਜੀਵਾਂ ਨੂੰ, ਤੇ ਅਗਲੇ ਪਲ ਹੀ ਉਹ ਇਹਨਾਂ ਨੂੰ ਮਿਟਾ ਵੀ ਸਕਦਾ ਹੈ। ਇੱਕ ਖਿਨ ਵਿੱਚ ਹੀ ਬਣਾਉਣ ਦੀ ਸਮਰੱਥਾ ਰੱਖਦਾ, ਕੋਈ ਬਹੁਤਾ ਸਮਾਂ ਨਹੀਂ ਉਹਨੂੰ ਲੱਗਦਾ। ਅੰਤ ਨਹੀਂ ਕਿਛ ਪਾਰਾਵਾਰਾ। ਭਾਈ ਉਹਦਾ ਕੋਈ ਅੰਤ ਨਹੀਂ, ਉਹਦੀ ਕੋਈ ਸੀਮਾ ਨਹੀਂ, ਇੱਕ ਕਿਨਾਰਾ ਨਹੀਂ ਹੈਗਾ। ਹੁਕਮੇ ਧਾਰ ਅਦਰ ਰਹਾਵੈ। ਉਹਦੇ ਹੁਕਮ ਦੇ ਵਿੱਚ ਇਹ ਸ੍ਰਿਸ਼ਟੀ ਬਣੀ ਹੈ, ਜੀਵ ਬਣੇ ਹਨ, ਪਰ ਉਹਨੇ ਇਹਨੂੰ ਇਸ ਤਰ੍ਹਾਂ ਟਿਕਾਇਆ ਹੋਇਆ ਵੀ ਦਿਸਣ ਵਿੱਚ ਨਹੀਂ ਆਉਂਦਾ ਵੀ ਆਹ ਕਿਹਦੇ ਆਸਰੇ ਚੀਜ਼ ਖੜੀ ਹੈ। ਜਿਵੇਂ ਧਰਤੀ ਹੈ, ਚੰਨ ਤਾਰੇ ਨੇ ਆਪਣਾ ਉਹਨਾਂ ਦਾ ਇੱਕ ਚੱਕਰ ਆ, ਉਹ ਲਾ ਰਹੇ ਨੇ। ਹੁਣ ਵੇਖਣ ਵਿੱਚ ਹੋਵੇਗਾ ਵੀ ਉਹ ਕਿਸੇ ਨੇ ਉਹਨਾਂ ਨੂੰ ਫੜਿਆ ਨਹੀਂ ਹੋਇਆ, ਬਿਨਾਂ ਸਹਾਰੇ ਤੋਂ, ਪਰ ਇੱਕ ਰੱਬ ਦਾ ਸਹਾਰਾ ਉਹਨਾਂ ਨੂੰ ਹੈ। ਰੱਬ ਦਾ ਸਹਾਰਾ ਹੈ, ਪਰ ਉਹ ਦਿਸ ਨਹੀਂ ਰਿਹਾ। ਹੁਕਮੇ ਉਪਜੈ ਹੁਕਮ ਸਮਾਵੈ। ਉਹਦੇ ਹੁਕਮ ਵਿੱਚ ਜੀਵ ਪੈਦਾ ਹੁੰਦੇ ਨੇ, ਹੁਕਮ ਵਿੱਚ ਹੀ ਖਤਮ ਹੋ ਜਾਂਦੇ ਨੇ। ਹੁਕਮੇ ਊਚ ਨੀਚ ਵਿਵਹਾਰ। ਉਹਦੇ ਹੁਕਮ ਵਿੱਚ ਹੀ ਉੱਚਾ ਤੇ ਨੀਵਾਂ ਹੈ ਮਨੁੱਖ। ਜੀਵ ਜਿਹੜੇ ਹਨ ਉੱਚੀਆਂ ਤੇ ਨੀਵਿਆਂ ਵਾਲਾ ਵਿਹਾਰ ਕਰਦੇ ਹਨ। ਹੁਕਮੇ ਅਨੇਕ ਰੰਗ ਪ੍ਰਕਾਰ। ਉਹਦੇ ਹੁਕਮ ਵਿੱਚ ਅਨੇਕਾਂ ਹੀ ਰੰਗ ਤਮਾਸ਼ੇ ਹੋ ਰਹੇ ਨੇ ਸੰਸਾਰ ਵਿੱਚ। ਕੋਈ ਆ ਰਿਹਾ, ਕੋਈ ਜਾ ਰਿਹਾ, ਕੋਈ ਹੱਸ ਰਿਹਾ, ਕੋਈ ਰੋ ਰਿਹਾ, ਕੋਈ ਖੇਡ ਰਿਹਾ, ਕੋਈ ਨੱਚ ਰਿਹਾ, ਕੋਈ ਗਾ ਰਿਹਾ, ਕੋਈ ਸੌਂ ਰਿਹਾ, ਕੋਈ ਬੈਠਾ ਹੈ, ਕੋਈ ਚੱਲ ਰਿਹਾ ਹੈ। ਉਹਦੇ ਹੁਕਮ ਵਿੱਚ ਹੈ, ਸਭ ਉਹਦੀ ਚੋਚ ਤਮਾਸ਼ੇ ਨੇ। ਕਰ ਕਰ ਦੇਖੈ ਆਪਣੀ ਵਡਿਆਈ। ਬਸ ਉਹ ਇਹ ਸੰਸਾਰ ਨੂੰ ਬਣਾ ਕੇ ਤੇ
ਉਹ ਫਿਰ ਆਪਣੀ ਹੀ ਵਡਿਆਈ ਨੂੰ ਵੇਖ ਰਿਹਾ ਹੈ। ਜਿਵੇਂ ਖਿਡਾਰੀ ਗਰਾਊਂਡ ਵਿੱਚ ਖੇਡਦੇ ਨੇ ਨਾ, ਤੇ ਦੂਰ ਬੈਠਾ ਹੋਇਆ ਕੋਈ ਦਰਸ਼ਕ ਵੇਖਦਾ ਹੈ, ਤੇ ਉਹ ਵੇਖ ਵੇਖ ਕੇ ਖੁਸ਼ ਹੁੰਦਾ ਹੈ। ਇਸੇ ਤਰ੍ਹਾਂ ਅਕਾਲ ਪੁਰਖ ਉਹ ਇਹ ਸਾਰਾ ਸੰਸਾਰ ਇੱਕ ਗਰਾਊਂਡ ਹੈ ਜਿੱਥੇ ਅਸੀਂ ਜੀਵ ਮਿੱਟੀ ਦੇ ਇਹ ਪੁਤਲੇ ਨੱਚ ਰਹੇ ਹਾਂ, ਖੇਡ ਰਹੇ ਹਾਂ, ਖੇਡਾਂ ਭਾਂਤ ਭਾਂਤ ਦੀਆਂ ਖੇਡਾਂ ਰੱਬ ਵੇਖ ਰਿਹਾ ਹੈ। ਉਹ ਆਪਣੀ ਵਡਿਆਈ ਆਪ ਵੇਖ ਰਿਹਾ। ਨਾਨਕ ਸਮੈ ਰਿਆ ਸਮਾਈ, ਉਹ ਸਾਰਿਆਂ ਵਿੱਚ ਹੀ ਸਮਾਇਆ ਹੋਇਆ ਹੈ। ਨਾਨਕ ਪ੍ਰਭ ਭਾਵੈ ਮਾਨੁ ਗਤ ਪਾਵੈ। ਹੁਣ ਮਹਾਰਾਜ ਆਖਦੇ ਨੇ ਜੇ ਪ੍ਰਭੂ ਨੂੰ ਭਾ ਜਾਵੇ ਤੇ ਮਨੁੱਖ ਉੱਚੀ ਆਤਮਿਕ ਅਵਸਥਾ ਹਾਸਲ ਕਰ ਸਕਦਾ, ਪਰ ਆਪਣੀ ਤਾਕਤ ਨਾਲ ਨਹੀਂ, ਆਪਣੇ ਜ਼ੋਰ ਨਾਲ ਨਹੀਂ, ਆਪਣੀ ਸਮਰੱਥਾ ਨਾਲ ਨਹੀਂ। ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਪ੍ਰਭੂ ਨੂੰ ਚੰਗਾ ਲੱਗੇ ਤੇ ਬੜੇ ਭਾਰੀ ਪੱਥਰਾਂ ਤੋਂ ਭਾਵ ਇੱਥੇ ਉਹ ਜੀਵ ਜਿਨ੍ਹਾਂ ਨੇ ਅੱਤ ਦੇ ਪਾਪ ਗੁਨਾਹ ਕੀਤੇ ਨੇ। ਕਠੋਰ ਚਿੱਤ ਮਨੁੱਖ ਰੱਬ ਚਾਹਵੇ ਤੇ ਉਹਨਾਂ ਨੂੰ ਵੀ ਇਸ ਸੰਸਾਰ ਵਿੱਚੋਂ ਬਚਾ ਲੈਂਦਾ ਹੈ, ਤਾਰ ਲੈਂਦਾ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਜਿਹਦੇ ਬਚਣ ਦੀ ਉਮੀਦ ਨਾ ਦੁਨੀਆ ਵਿੱਚ ਹੋਵੇ, ਹਰ ਪਾਸਿਓਂ ਜਵਾਬ ਮਿਲ ਜਾਵੇ, ਪਰ ਰੱਬ ਨੂੰ ਜੇ ਚੰਗਾ ਲੱਗੇ ਤੇ ਬਿਨਾਂ ਸਵਾਸਾਂ ਤੋਂ ਵੀ ਬਚਾ ਲੈਂਦਾ ਹੈ, ਜੇ ਉਹਦੀ ਮਰਜ਼ੀ ਹੋਵੇ। ਤੇ ਕਬੀਰ ਸਾਹਿਬ ਦਾ ਇੱਕ ਬਚਨ ਹੁੰਦਾ ਹੈ। ਕਬੀਰ ਸਾਹਿਬ ਆਖਦੇ ਨੇ ਕਈ ਵਾਰੀ ਵੱਡੇ ਵੱਡੇ ਵੈਦ ਡਾਕਟਰ ਇਹ ਕਹਿੰਦੇ ਨੇ ਵੀ ਨਹੀਂ, ਇਹਨੂੰ ਲੈ ਜਾਓ, ਬਸ ਇਹਦੀ ਸੇਵਾ ਕਰੋ, ਹੁਣ ਇਹਨੂੰ ਬਚਾ ਨਹੀਂ ਸਕਦੇ, ਜਵਾਬ ਦੇ ਦਿੰਦੇ ਨੇ। ਪਰ ਕਬੀਰ ਸਾਹਿਬ ਦਾ ਬਚਨ ਇਹ ਬੜਾ ਸਮਝਣ ਵਾਲਾ ਹੈ। ਉਹ ਆਖਦੇ ਨੇ ਵੈਦ ਕਹਿ ਹਉ ਹੀ ਭਲਾ, ਦਾਰੂ ਮੇਰੇ ਵਸ। ਡਾਕਟਰ ਜਿੱਥੇ ਇਹ ਦਾਵਾ ਕਰਦਾ ਹੈ ਕਿ ਮੈਂ ਬੜਾ ਸਿਆਣਾ ਵਾਂ, ਮੈਂ ਬੜਾ ਚੰਗਾ ਵਾਂ, ਮੈਂ ਸਪੈਸ਼ਲਿਸਟ ਹਾਂ, ਮੇਰੇ ਕੋਲ ਇਹਦੀਆਂ ਦਵਾਈਆਂ ਮੈਂ ਹਜ਼ਾਰਾਂ ਮਰੀਜ਼ ਬਚਾ ਦਿੱਤੇ ਨੇ, ਇਹਨੂੰ ਕੁਛ ਨਹੀਂ ਹੋਣ ਦਿਆਂਗਾ, ਇਹਨੂੰ ਕੁਛ ਵੀ ਨਹੀਂ ਹੋਣ ਦਿਆਂਗਾ, ਇਹਨੂੰ ਮੈਂ ਬਚਾ ਲਵਾਂਗਾ। ਵੈਦ ਕਹੇ ਹਉ ਹੀ ਭਲਾ, ਦਾਰੂ ਮੇਰੇ ਵਸ। ਦਾਰੂ ਦਰ ਤੇ ਦਵਾਈ, ਮੇਰੇ ਕੋਲ ਇਹਦਾ ਟ੍ਰੀਟਮੈਂਟ ਹੈਗਾ ਏ, ਮੈਂ ਇਹਨੂੰ ਬਚਾ ਲਵਾਂਗਾ। ਪਰ ਹੈਰਾਨੀ ਦੀ ਹੱਦ ਉਦੋਂ ਰਹਿ ਜਾਂਦੀ ਹੈ ਜਦੋਂ ਸਾਹਮਣੇ ਪਿਆ ਬੰਦਾ ਉਹ ਸਰੀਰ ਹੀ ਰਹਿ ਜਾਂਦਾ ਹੈ, ਜੋਤ ਕਿਤੇ ਹੋਰ ਤੁਰ ਜਾਂਦੀ ਹੈ। ਇਹ ਤੋਂ ਬਸ ਗੋਪਾਲ ਕੀ ਜਪਾਵੇ ਲੈ ਖਸ। ਇਹ ਰੱਬ ਦੀ ਦਾਤ ਹੈ, ਜਦੋਂ ਚਾਹੇ ਕੱਢ ਲਵੇ, ਜਦੋਂ ਚਾਹੇ ਪਾ ਲਵੇ। ਤਾਂ ਸਤਿਗੁਰ ਪਾਤਸ਼ਾਹ ਜੀ ਆਖਦੇ ਨੇ ਕਈ ਵਾਰੀ ਡਾਕਟਰ ਕਹਿ ਦਿੰਦੇ ਨੇ ਵੀ ਅਸੀਂ ਬਚਾ ਲਵਾਂਗੇ, ਪਰ ਨਹੀਂ ਬਚਾ ਪਾਉਂਦੇ। ਪਰ ਕਈ ਵਾਰੀ ਡਾਕਟਰ ਕਹਿ ਦਿੰਦੇ ਨੇ ਲੈ ਜਾਓ, ਅਸੀਂ ਨਹੀਂ ਬਚਾ ਸਕਦੇ। ਪਰ ਇੱਕ ਅਰਦਾਸ ਬੰਦਾ ਕਰਦਾ, ਮਾਲਕ ਦੇ ਦਰ ਤੋਂ ਜ਼ਿੰਦਗੀ ਬਚ ਜਾਂਦੀ ਹੈ। ਜਿਹਨੂੰ ਇਹ ਕਹਿ ਦਿੱਤਾ ਸੀ ਇਹਨੇ ਬਚਣਾ ਨਹੀਂ, ਉਹ ਬਚ ਜਾਂਦਾ। ਕਈ ਸਾਲ ਬੰਦੇ ਜਿਉਂਦੇ ਰਹਿ ਜਾਂਦੇ ਨੇ। ਕਿਵੇਂ ਭਲਾ? ਉਹ ਰੱਬ ਨੂੰ ਭਾਵੇ ਤੇ ਬਚਾ ਸਕਦਾ, ਜੇ ਰੱਬ ਨੂੰ ਨਹੀਂ ਭਾਵੇ ਤੇ ਬਚੇ ਹੋਏ ਨੂੰ ਵੀ ਕੋਈ ਨਹੀਂ ਬਚਾ ਸਕਦਾ। ਤਾਂ ਸਹਿਬ ਕਿਰਪਾ ਕਰਦੇ ਨੇ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਪ੍ਰਭ ਭਾਵੇ ਤਾਂ ਹਰ ਗੁਣ ਭਾਖੈ। ਪ੍ਰਭੂ ਨੂੰ ਚੰਗਾ ਲੱਗੇ ਤਾਂ ਜੀਵ ਗੁਣ ਗਾ ਸਕਦੇ ਨੇ, ਗੁਣ ਉਚਾਰ ਸਕਦੇ ਨੇ, ਮਾਲਕ ਦੇ ਚਰਨਾਂ ਵਿੱਚ ਜੁੜ ਸਕਦੇ ਨੇ। ਪ੍ਰਭ ਭਾਵੇ ਤਾਂ ਪਤਿਤ ਉਧਾਰੈ। ਰੱਬ ਨੂੰ ਚੰਗਾ ਲੱਗੇ ਤੇ ਅੱਤ ਦੇ ਨੀਵੇਂ ਤਲ ਤੇ ਜਾਉਣ ਵਾਲੇ ਬੰਦੇ ਵੀ ਜਿਹੜੇ ਹਨ ਤਰ ਜਾਂਦੇ ਨੇ। ਜਿਨ੍ਹਾਂ ਦਾ ਤਰਨਾ ਸੰਸਾਰ ਵਿੱਚ ਸੰਭਵ ਨਹੀਂ, ਰੱਬ ਦੀ ਮਿਹਰ ਹੋ ਜਾਵੇ ਤੇ ਉਹ ਵੀ ਤਰ ਜਾਂਦੇ ਨੇ। ਮਹਾਰਾਜ ਨੇ ਬਾਣੀ ਵਿੱਚ ਇੱਕ ਦੋ ਐਸੇ ਐਗਜ਼ਾਮਪਲ ਦਿੱਤੇ ਨੇ। ਸਹਿਬਾਦ ਨੇ ਗਨਕਾ ਪਾਪਨ ਹੋਈ ਕੈ, ਪਾਪਾਂ ਦਾ ਗਲ ਹਾਰ ਪਰੋਤਾ। ਭਾਈ ਗੁਰਦਾਸ ਜੀ ਗਨਕਾ ਵਿਸ਼ਵਾ ਸੀ, ਜਿਹਨੇ ਸਾਰੀ ਜ਼ਿੰਦਗੀ ਮਾੜੇ ਕਰਮ ਕੀਤੇ, ਪਰ ਜਦੋਂ ਰੱਬ ਦੇ ਨਾਮ ਨਾਲ ਜੁੜ ਗਈ ਤੇ ਦੁਨੀਆ ਵਾਸਤੇ ਮਿਸਾਲ ਬਣ ਗਈ। ਲੋਕ ਕਹਿੰਦੇ ਸਨ ਇੱਕ ਵਿਸ਼ਵਾ ਵੀ ਤਰ ਸਕਦੀ ਕਦੀ, ਪਰ ਰੱਬ ਦੇ ਨਾਂ ਨਾਲ ਜੁੜ ਕੇ ਦੁਨੀਆ ਲਈ ਮਿਸਾਲ ਬਣ ਗਈ। ਲੋਕੀ ਕਹਿਣ ਲੱਗ ਗਏ ਜੇ ਇੱਕ ਵੇਸ਼ਵਾ, ਮਹਾਰਾਜ ਨੇ ਬਾਣੀ ਵਿੱਚ ਲਿਖ ਦਿੱਤਾ, ਜੇ ਇੱਕ ਵੇਸ਼ਵਾ ਨਾਮ ਜਪ ਕੇ ਤਰ ਸਕਦੀ ਤੇ ਭਲਿਓ ਤੁਸੀਂ ਕਿਉਂ ਨਹੀਂ। ਅਜ਼ਾਮਲ ਪਾਪੀ ਜਗ ਜਾਣੇ ਨਿਮਕ ਮਾਏ ਨਿਸਤਾਰਾ। ਵੇਸ਼ਵਾਵਾਂ ਦੇ ਦਰ ਤੇ ਜਾਣ ਵਾਲਾ ਅਜ਼ਾਮਲ ਜਿਹੜਾ ਹੈ, ਇਹਨੇ ਪਾਪ ਲੱਗ ਗਿਆ ਕਮਾਉਣ, ਪਰ ਉਹ ਵੀ ਜਦੋਂ ਰੱਬ ਦਾ ਨਾਮ ਜਪਦਾ ਹੈ
ਤੇ ਉਹ ਵੀ ਸੰਸਾਰ ਵਿੱਚੋਂ ਤਰ ਗਿਆ। ਮਹਾਰਾਜ ਨੇ ਉਹਦੀ ਉਦਾਹਰਨ ਵੀ ਦੇਤੀ ਵੀ ਅਜ਼ਾਮਲ ਵਰਗੇ, ਗਨਕਾ ਵਰਗੇ ਤਰ ਸਕਦੇ ਨੇ, ਤੇ ਫਿਰ ਤੁਸੀਂ ਕਿਉਂ ਨਹੀਂ ਤਰ ਸਕਦੇ? ਪ੍ਰਭ ਭਾਵ ਹੈ ਜੇ ਰੱਬ ਨੂੰ ਚੰਗਾ ਲੱਗ ਜਾਵੇ ਤਾਂ ਪਤ ਉਧਾਰੇ, ਆਪ ਕਰੇ ਆਪਣ ਵਿਚਾਰੇ। ਉਹ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ ਇਹਦੀ ਵਿਚਾਰ ਕਰਦਾ ਹੈ ਕਿਹਨੂੰ ਰੱਖਣਾ ਕਿਹਨੂੰ ਨਹੀਂ। ਕਿਸੇ ਦੀ ਸਲਾਹ ਨਹੀਂ ਲੈਂਦਾ, ਕਿਸੇ ਦੀ ਸਲਾਹ ਦਾ ਮੁਹਤਾਜ ਨਹੀਂ ਹੈਗਾ। ਜੇ ਉਹ ਮਨੁੱਖਾਂ ਦੀ ਸਲਾਹ ਲੈਣ ਲੱਗ ਜਾਵੇ ਤੇ ਫਿਰ ਰੱਬ ਇਹ ਦੁਨੀਆ ਨੂੰ ਇੱਕ ਦਿਨ ਵੀ ਨਹੀਂ ਚਲਾ ਸਕਦਾ, ਕਿਉਂਕਿ ਇੱਥੇ ਤਾਂ ਸਲਾਹ ਦੇਣ ਵਾਲੇ ਵੀ ਬਹੁਤ ਨੇ। ਇੱਥੇ ਕਿਸੇ ਨੂੰ ਨਾ ਵੀ ਸਲਾਹ ਮੰਗਣਾ ਵੀ ਦੇਣ ਆ ਜਾਂਦੇ ਨੇ। ਇਸ ਤਰ੍ਹਾਂ ਕਰ ਲੈਣਾ ਸੀ। ਇੱਕ ਵਾਰ ਨਾ ਇੱਕ ਮਨਮੁਖ ਬੰਦਾ ਰਾਤ ਤੁਰਿਆ ਜਾਵੇ ਤੇ ਰਸਤੇ ਵਿੱਚ ਨਾ ਹਦਵਾਣੇ ਲੱਗੇ ਹੋਏ ਸੀ। ਤਰਬੂਜ ਕਹਿ ਦਿੰਦੇ ਆ, ਵਾਟਰਮੈਲਨ ਕਹਿ ਦਿੰਦੇ ਅੰਗਰੇਜ਼ੀ 'ਚ। ਉਹ ਲੱਗੇ ਹੋਏ ਸੀ ਛੋਟੀਆਂ ਛੋਟੀਆਂ ਬੇਲਾਂ ਤੇ, ਉਹ ਲੱਗੇ ਹੋਏ ਵੱਡੇ ਵੱਡੇ ਹੈ ਨਾ, 4-4 5-5 6-6 ਕਿਲੋ ਦੇ ਲੱਗੇ ਹੋਏ। ਉਹ ਵੇਂਦਾ ਜਾਵੇ ਤੇ ਅਗਾਂ ਜਦੋਂ ਗਿਆ ਤੇ ਇੱਕ ਬਹੁਤ ਵੱਡਾ ਬੋਹੜ ਦਾ ਦਰਖਤ ਸੀ ਤੇ ਉਹਦੇ ਉੱਤੇ ਛੋਟੇ ਛੋਟੇ ਫਲ ਲੱਗੇ ਹੋਏ ਸਨ। ਤੇ ਉਹ ਥੱਲੇ ਨਾ ਲੇਟਿਆ ਹੋਇਆ ਛਾਂ ਦੇ, ਤੇ ਉੱਤੇ ਵੇਖਦਾ ਹੈ ਤੇ ਉਹ ਕਹਿੰਦਾ ਰੱਬਾ ਤੂੰ ਵੀ ਜਦੋਂ ਦੁਨੀਆ ਨੂੰ ਲੱਗਾ ਹੈ ਬਣਾਉਣ ਤੇ ਮੇਰੇ ਤੋਂ ਸਲਾਹ ਲੈ ਲੈਣੀ ਸੀ। ਮਨਮੁਖ ਬੰਦਾ ਹਰ ਕਿਸੇ ਨੂੰ ਸਲਾਹ ਦਿੰਦਾ। ਉਹ ਕਹਿੰਦਾ ਜਦੋਂ ਦੁਨੀਆ ਨੂੰ ਲੱਗਾ ਹੈ ਬਣਾਉਣ ਤੇ ਮੇਰੇ ਤੋਂ ਸਲਾਹ ਲੈ ਲੈਣੀ ਸੀ। ਆਹ ਨਿੱਕੀਆਂ ਨਿੱਕੀਆਂ ਬੇਲਾਂ ਤੇ ਏਡੇ ਵੱਡੇ ਵੱਡੇ ਫਲ ਲਾਏ ਹੋਏ ਨਹੀਂ, ਏਡੇ ਵੱਡੇ ਵੱਡੇ ਹਦਵਾਣੇ ਤਰਬੂਜ ਲਾਏ ਨੇ। ਆਹ ਇੰਨਾ ਵੱਡਾ ਦਰਖਤ ਤੇ ਨਿੱਕੇ ਨਿੱਕੇ ਫਲ ਲਾਏ ਨੇ। ਇਹਨਾਂ ਚਿਰ ਨਾ ਉੱਤੇ ਕੋਈ ਪੰਛੀ ਬੈਠਾ ਹੋਇਆ ਸੀ। ਉਹ ਪੰਛੀ ਨੇ ਉਹ ਫਲ ਨੂੰ ਚੁੰਝ ਮਾਰੀ ਤੇ ਉਹ ਫਲ ਥੱਲੇ ਡਿੱਗਿਆ ਤੇ ਨੱਕ ਤੇ ਵੱਜਿਆ। ਉੱਠ ਕੇ ਬਹਿ ਗਿਆ, ਕਹਿਣ ਲੱਗਾ ਰੱਬਾ ਸ਼ੁਕਰ ਹੈ ਤੂੰ ਸਿਆਣਾ, ਜੇ ਕਿਤੇ ਵਾਕਈ ਹੀ ਹਦਵਾਣੇ ਲੱਗੇ ਹੁੰਦੇ ਤੇ ਅੱਜ ਮੇਰਾ ਕੰਮ ਹੋ ਜਾਣਾ ਸੀ। ਰੱਬ ਨੇ ਕੁਝ ਸੋਚ ਸਮਝ ਕੇ ਸੰਸਾਰ ਨੂੰ ਬਣਾਇਆ, ਪਰ ਬੰਦਾ ਰੱਬ ਨੂੰ ਵੀ ਸਲਾਹ ਦੇਣੀਆਂ ਚਾਹੁੰਦਾ ਹੈ। ਰੱਬ ਕਿਸੇ ਦੀ ਸਲਾਹ ਨਹੀਂ ਲੈਂਦਾ, ਬਲਕਿ ਰੱਬ ਨੂੰ ਜੋ ਭਾਉਂਦਾ ਹੈ ਉਹੀ ਕਰਦਾ ਹੈ। ਸਾਹਿਬ ਆਖਦੇ ਨੇ ਆਪ ਕਰੇ ਆਪਣ ਵਿਚਾਰੈ, ਜੋ ਉਹਨੂੰ ਭਾਉਂਦਾ ਉਹੀ ਕਰਦਾ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਉਹ ਦੋਵੇਂ ਕਿਨਾਰਿਆਂ ਦਾ ਆਪ ਹੀ ਮਾਲਕ ਹੈ। ਐਸਾ ਨਹੀਂ ਵੀ ਇਸ ਪਾਸੇ ਕੋਈ ਹੋਰ ਹੈ ਦੂਜੇ ਪਾਸੇ ਕੋਈ ਹੋਰ ਹੈ। ਜਨਮ ਤੋਂ ਲੈ ਕੇ ਮਰਨ ਤੱਕ ਉਹ ਕੇਵਲ ਆਪ ਹੀ ਹੈ ਭਾਈ। ਖੇਲੈ ਬਿਗਸੈ ਅੰਤਰਜਾਮੀ, ਉਹ ਖੇਡਦਾ ਹੈ ਤੇ ਸੰਸਾਰ ਦੀ ਖੇਡ ਨੂੰ ਵੇਖ ਕੇ ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ, ਕਿਉਂਕਿ ਉਹ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ। ਜੋ ਭਾਵੈ ਸੋ ਕਾਰ ਕਰਾਵੇ, ਜੋ ਉਹਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਹੀ ਜੀਵ ਕਰਦੇ ਨੇ। ਕਿਸੇ ਦੀ ਵੱਸ ਦੀ ਗੱਲ ਨਹੀਂ। ਨਾਨਕ ਦ੍ਰਿਸ਼ਟੀ ਅਵਰ ਨ ਆਵੇ, ਹੇ ਨਾਨਕ ਉਸ ਵਰਗਾ ਹੋਰ ਕੋਈ ਨਜ਼ਰ ਨਹੀਂ ਆਉਂਦਾ, ਉਸ ਵਰਗਾ ਹੋਰ ਕੋਈ ਦਿਸਦਾ ਨਹੀਂ ਹੈ। ਕਹੋ ਮਾਨੁਖ ਤੇ ਕਿਆ ਹੋਏ ਆਵੇ। ਮਹਾਰਾਜ ਆਖਦੇ ਨੇ ਬੰਦੇ ਦੇ ਵੱਸ ਕੀ, ਮਨੁੱਖ ਵਿਚਾਰਾ ਕੀ ਕਰ ਸਕਦਾ ਹੈ? ਇਹਦੇ ਤੋਂ ਕੀ ਆਸ ਲਾਈ ਜਾ ਸਕਦੀ ਵੀ ਕੁਛ ਕਰ ਸਕਦਾ। ਹਾਲਾਂਕਿ ਬੜੇ ਦਾਅਵੇ ਕਰਦਾ, ਮੈਂ ਆਹ ਕੀਤਾ, ਮੈਂ ਇਸ ਤਰ੍ਹਾਂ ਕੀਤਾ, ਐਵੇਂ ਕੀਤਾ। ਮਹਾਰਾਜ ਆਖਦੇ ਨੇ ਭਲਾ ਦੱਸੋ ਇਹ ਬੰਦਾ ਆਪਣੇ ਆਪ ਕੀ ਕੁਝ ਕਰ ਸਕਦਾ ਹੈ? ਜੋ ਤਿਸ ਭਾਵੈ ਸੋਈ ਕਰਾਵੇ, ਜੋ ਉਹਨੂੰ ਚੰਗਾ ਲੱਗਦਾ ਉਹ ਜੀਵਾਂ ਪਾਸੋਂ ਕਰਾਉਂਦਾ ਹੈ। ਇਸ ਕੈ ਹਾਥ ਹੋਏ ਤਾਂ ਸਭ ਕੁਛ ਲੇ, ਜੇ ਰੱਬ ਬੰਦੇ ਦੇ ਹੱਥ ਵਿੱਚ ਸਭ ਕੁਛ ਦੇ ਦੇ ਨਾ ਤਾਂ ਇਹ ਸਾਰਾ ਕੁਛ ਆਪਣੇ ਘਰ ਹੀ ਸਾਂਭ ਕੇ ਬਹਿ ਜਾਵੇ। ਉਹ ਕਿਤੇ ਨੂੰ ਕਿਸੇ ਨੂੰ ਜਿਉਣ ਜੋਗਾ ਨਾ ਛੱਡੇ। ਇਹਨੇ ਸਾਰਾ ਕੁਛ ਆਪਣੇ ਘਰੇ ਲਿਆ ਕੇ ਰੱਖ ਦੇਣਾ। ਅੱਜ ਆਪਾਂ ਵੇਖਦੇ ਇਹਦੇ ਹੱਥ ਵਿੱਚ ਅਜੇ ਕੁਛ ਨਹੀਂ, ਪਰ ਇਹ ਕਿਸੇ ਦੀ ਚੀਜ਼ ਨੂੰ ਵੇਖ ਕੇ ਇਹ ਚਾਹੁੰਦਾ ਵੀ ਮੇਰੇ ਘਰੇ ਹੀ ਆ ਜਾਵੇ। ਇਹਦੇ ਹੱਥ ਵਿੱਚ ਨਹੀਂ, ਇਹ ਤਾਂ ਮਜਬੂਰ ਆ। ਜੇ ਕਿਤੇ ਵਾਕਈ ਇਹਦੇ ਹੱਥ ਵਿੱਚ ਇਹ ਤਾਕਤ ਹੋਵੇ ਕਿਸੇ ਨੂੰ ਜਿਉਣ ਜੋਗਾ ਨਾ ਛੱਡੇ, ਆਖੇ ਵੀ ਮੈਂ ਨਹੀਂ ਕਿਸੇ ਨੂੰ ਜਿਉਣ ਦੇਣਾ, ਮੈਂ ਇਕੱਲਾ ਹੀ ਜਿਉਣਾ ਬਸ। ਮਹਾਰਾਜ ਆਖਦੇ ਨੇ ਇਹਦੇ ਹੱਥ ਵਿੱਚ ਕੁਛ ਹੈ ਤਾਂ ਕਹਿਣ ਲੱਗੇ ਇਹ ਫਿਰ ਸਾਰਾ ਕੁਛ ਆਪਣੇ ਕੋਲ ਨਾ ਲੈ ਕੇ ਆ ਜਾਵੇ। ਜੋ ਤਿਸ ਭਾਵੈ ਸੋਈ ਕਰੇ, ਜੋ ਉਹਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਅਣਜਾਣਤ ਵਿਖਿਆ ਮੈਂ ਰਚੈ, ਪਰ ਇਹ ਅਣਜਾਣ ਪੁਣੇ ਵਿੱਚ ਮਾਇਆ ਦੇ ਜਾਲ ਵਿੱਚ ਫਸਿਆ ਰਹਿੰਦਾ ਹੈ। ਜੇ ਜਾਣਤ ਆਪਣ ਆਪ ਬਚੈ, ਮਹਾਰਾਜ ਕਿਰਪਾ ਕਰਦੇ ਨੇ ਜੇ ਜਾਣਤ ਆਪਣ ਆਪ ਬਚੈ। ਜੇ ਆਪਣੇ ਆਪ ਨੂੰ ਇਹ ਇੰਨਾ ਹੀ ਸਿਆਣਾ ਸਮਝਦਾ ਤੇ ਫਿਰ ਮਾਇਆ ਦੇ ਜਾਲ ਵਿੱਚੋਂ ਆਪਣੇ ਆਪ ਨੂੰ ਬਚਾ ਕਿਉਂ ਨਹੀਂ ਲੈਂਦਾ?
ਜੇ ਬੰਦਾ ਕਹਿੰਦਾ ਵੀ ਮੈਂ ਸਭ ਕੁਝ ਕਰ ਲੈਂਦਾ, ਮੈਨੂੰ ਸਭ ਕੁਝ ਪਤਾ ਹੈ, ਮੇਰੇ ਹੱਥ ਵਿੱਚ ਸਭ ਕੁਝ, ਤੇ ਫਿਰ ਆਪਣੇ ਆਪ ਨੂੰ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਬਾਹਰ ਕਿਉਂ ਨਹੀਂ ਕੱਢ ਲੈਂਦਾ? ਕਿਉਂਕਿ ਇਹਦੇ ਵੱਸ ਵਿੱਚ ਕੁਝ ਨਹੀਂ ਹੈ। ਭਰਮੇ ਭੁੱਲਾ ਦੈ ਦਿਸ ਧਾਵੈ, ਇਹ ਤਾਂ ਭਰਮ ਵਿੱਚ ਭੁੱਲਿਆ ਹੋਇਆ, ਕਦੀ ਇੱਧਰ ਟੱਕਰਾਂ ਮਾਰਦਾ, ਕਦੀ ਇੱਧਰ ਟੱਕਰਾਂ ਮਾਰਦਾ, ਦਸਾਂ ਦਿਸ਼ਾਵਾਂ ਵਿੱਚ ਭੱਜਿਆ ਹੀ ਫਿਰਦਾ। ਨਿਮਖ ਮਾਹੇ ਚਾਰ ਕੁੰਟ ਫਿਰ ਆਵੇ, ਇੱਕ ਨਿਮਖ ਵਿੱਚ ਹੀ ਇਹਦਾ ਮਨ ਚਾਰੇ ਦਿਸ਼ਾਵਾਂ ਵਿੱਚ ਘੁੰਮ ਕੇ ਆ ਜਾਂਦਾ ਹੈ। ਇੰਨੀ ਰਫਤਾਰ ਹੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਕਰ ਕਿਰਪਾ ਜਿੰਦੇ ਤੇ ਆਪਣੀ ਕਿਰਪਾ ਮਿਹਰ ਰੱਬ ਕਰ ਦੇਵੇ, ਉਹਨੂੰ ਫਿਰ ਭਗਤੀ ਦਾਤ ਦਿੰਦਾ। ਨਾਨਕ ਤੇ ਜਨ ਨਾਮ ਮਿਲੇ, ਹੇ ਨਾਨਕ ਨਾਮ ਵੀ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਉੱਤੇ ਰੱਬ ਦੀ ਕਿਰਪਾ ਹੁੰਦੀ ਹੈ, ਜਿਨ੍ਹਾਂ ਤੇ ਰੱਬ ਦੀ ਬਖਸ਼ਿਸ਼ ਹੁੰਦੀ ਹੈ। ਖਿਨ ਮੈਂ ਨੀਚ ਕੀਟ ਕੋ ਰਾਜ, ਉਹ ਆਪਣੀ ਬਖਸ਼ਿਸ਼ ਇਸ ਤਰ੍ਹਾਂ ਕਰਦਾ ਹੈ ਕਿ ਕੀੜੇ ਤੇ ਨੀਵੇਂ ਮਨੁੱਖ ਨੂੰ, ਜਿਹੜਾ ਕੀਟ ਵਰਗਾ ਨੀਵਾਂ ਹੈ, ਉਹਨੂੰ ਵੀ ਪਾਤਸ਼ਾਹੀ ਦੇ ਦਿੰਦਾ ਹੈ। ਨੀਵਿਆਂ ਨੂੰ ਵੀ ਉੱਚੀਆਂ ਬਣਾ ਦਿੰਦਾ ਹੈ। ਇੱਕ ਖਿੰਨ ਵਿੱਚ ਜੇ ਚਾਹਵੇ ਤੇ ਰੰਕ ਨੂੰ ਬਾਦਸ਼ਾਹ ਬਣਾ ਦੇਵੇ। ਪਾਰ ਬ੍ਰਹਮ ਗਰੀਬ ਨਵਾਜ, ਇਸ ਕਰਕੇ ਉਹਦਾ ਇੱਕ ਨਾਮ ਹੈ, ਉਹ ਹੈ ਗਰੀਬ ਨਵਾਜ, ਗਰੀਬਾਂ ਨੂੰ ਨਵਾਜਣ ਵਾਲਾ। ਜਾ ਕਾ ਦਿਸ਼ਟ ਕਛੂ ਨਾ ਆਵੇ, ਜਿੰਦਾ ਕੀਤਾ ਹੋਇਆ ਕੰਮ ਕਦੀ ਨਜ਼ਰ ਨਹੀਂ ਆਉਂਦਾ ਨਾ, ਜਿਹੜਾ ਅੱਤ ਦਾ ਨੀਵਾਂ ਮਨੁੱਖ ਹੈ, ਲੋਕ ਕਹਿੰਦੇ ਨੇ ਵੀ ਇਹਨੇ ਤੇ ਕੁਛ ਨਹੀਂ ਕੀਤਾ, ਤਿਸ ਤਤਕਾਲ ਦੈ ਦਿਸ ਪ੍ਰਗਟਾਵੇ, ਉਹਨੂੰ ਦੁਨੀਆ ਵਿੱਚ ਇਸ ਤਰ੍ਹਾਂ ਮਸ਼ਹੂਰ ਕਰ ਦਿੰਦਾ ਹੈ। ਆਪਾਂ ਵੇਖਦੇ ਹਾਂ ਕਈ ਵਾਰੀ, ਆਪਾਂ ਜਾਣਦੇ ਵੀ ਨਹੀਂ ਹੁੰਦੇ, ਤੇ ਉਹ ਇੱਕ ਦਿਨ 'ਚ ਹੀ ਮਨੁੱਖ ਰਾਤੋਂ ਰਾਤ ਹੀ ਇੰਨਾ ਪ੍ਰਸਿੱਧ ਹੋ ਜਾਂਦਾ, ਲੋਕ ਕਹਿੰਦੇ ਲੈ ਕੱਲ੍ਹ ਤੱਕ ਤੈਨੂੰ ਕੋਈ ਪੁੱਛਦਾ ਨਹੀਂ ਸੀ ਤੇ ਅੱਜ ਦੁਨੀਆ ਸਲਾਮਾਂ ਕਰਦੀ ਹੈ। ਕਿਵੇਂ? ਰੱਬ ਚਾਹੁੰਦਾ ਹੈ ਤੇ ਉਹ ਪ੍ਰਗਟ ਕਰ ਦਿੰਦਾ ਹੈ। ਜਾ ਕੋ ਆਪਣੀ ਕਰੈ ਬਖਸ਼ੀਸ਼, ਤਾਕਾ ਲੇਖਾ ਨਾ ਗਣੈ ਜਗਦੀਸ਼, ਬਸ ਜਿੰਦੇ ਉੱਤੇ ਆਪਣੀ ਬਖਸ਼ਿਸ਼ ਕਰ ਦੇਵੇ ਭਾਈ, ਉਹਦਾ ਲੇਖਾ ਜਗਤ ਦਾ ਮਾਲਕ ਵੀ ਜਿਹੜਾ ਨਹੀਂ ਵਿਚਾਰਦਾ। ਜਿਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਜਿਉ ਜਿੰਦ ਪਿੰਡ ਸਰੀਰ, ਇਹ ਸਰੀਰ ਅਤੇ ਇਹਦੇ ਵਿੱਚ ਜਿਹੜੀ ਜਿੰਦ ਹੈ, ਇਹ ਰੱਬ ਦੀ ਦਿੱਤੀ ਹੋਈ ਰਾਸ ਪੂੰਜੀ ਹੈ। ਹਰ ਇੱਕ ਸਰੀਰ ਵਿੱਚ ਪੂਰਨ ਤੌਰ ਤੇ ਉਹਦਾ ਪ੍ਰਕਾਸ਼ ਹੋ ਰਿਹਾ, ਵਸਿਆ ਹੋਇਆ। ਅਖੀਰ ਮਹਾਰਾਜ ਕਿਰਪਾ ਕਰਦੇ ਨੇ, ਆਪਣੀ ਬਣਤ ਆਪ ਬਣਾਈ, ਉਹਨੇ ਇਸ ਜਗਤ ਦੀ ਜਿਹੜੀ ਰਚਨਾ ਕੀਤੀ ਹੈ, ਉਹ ਆਪ ਹੀ ਕੀਤੀ ਹੈ, ਆਪ ਹੀ ਇਹਨੇ ਸੰਸਾਰ ਨੂੰ ਬਣਾਇਆ ਹੈ। ਨਾਨਕ ਜੀਵੈ ਦੇਖ ਵਡਾਈ, ਹੇ ਨਾਨਕ ਉਹ ਆਪਣੀ ਇਸ ਬਣਾਈ ਹੋਈ ਰਚਨਾ ਨੂੰ ਵੇਖ ਕੇ ਜਿੱਥੇ ਪ੍ਰਸੰਨ ਹੁੰਦਾ ਹੈ, ਖੁਸ਼ ਹੁੰਦਾ ਹੈ, ਤੇ ਉਹ ਪ੍ਰਸੰਨ ਹੁੰਦਾ ਹੈ ਜਦੋਂ ਇਸ ਕਾਇਨਾਤ ਵਿੱਚ ਜੀਵ ਜਦੋਂ ਕਰਮ ਕਰਦੇ ਨੇ, ਤੇ ਅਕਾਲ ਪੁਰਖ ਪਰਮਾਤਮਾ ਉਹਨਾਂ ਪਾਸੋਂ ਕਰਮ ਕਰਾਉਂਦਾ ਹੈ। ਸੋ ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ, ਰਹਿਮਤ ਕਰਨ। ਗੁਰਦੇਵ ਨੇ ਸਾਨੂੰ ਇਹ ਸਮਝ ਬਖਸ਼ੀ ਹੈ, ਕਦੀ ਵੀ ਕੋਈ ਕੰਮ ਕਰਕੇ ਇਹ ਨਾ ਸਮਝੀਏ ਵੀ ਆਪਾਂ ਕੀਤਾ ਹੈ, ਬਲਕਿ ਇਹ ਸਮਝੀਏ ਵੀ ਮਾਲਕ ਨੇ ਸਾਡੇ ਤੋਂ ਕਰਾਇਆ ਹੈ, ਉਹੀ ਕਰਾਉਣ ਯੋਗ ਹੈ। ਸਾਡੇ ਵਿੱਚ ਇੰਨੀ ਸਮਰੱਥਾ ਨਹੀਂ ਅਸੀਂ ਕੁਝ ਕਰ ਸਕੀਏ। ਸੋ ਸਾਹਿਬ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਪ੍ਰਵਾਨ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ